ਉਹ ਕਹਿੰਦੇ ਕਿ ਅਸੀਂ ਤਾਂ ਚੀਕਾ ਕਢਾ ਦੇਂਗੇ ਰਾਜਾ ਵੜਿੰਗ ਉਹਨਾਂ ਨੂੰ। ਕਿ ਰਾਜਾ ਸਾਡੀਆਂ ਬੱਸਾਂ ਧੱਕੇ ਨਾਲ ਰੋਕ ਰਿਹਾ, ਕਦੇ ਔਰਬਿਟ ਵਾਲਿਆਂ ਨੇ ਰੋਕ ਲੈਂਦਾ, ਕਦੇ ਜੁਝਾਰ ਵਾਲਿਆਂ ਨੇ ਰੋਕ ਲੈਂਦਾ। ਮਾਫੀਆ ਨੂੰ ਖਤਮ ਕਰਨਾ ਮਾੜੀ ਗੱਲ ਹੈ ਤੇ ਇਸ ਤਰ੍ਹਾਂ ਦੇ ਮਾੜੇ ਕੰਮ ਰਾਜਾ ਵੜਿੰਗ ਸਦਾ ਕਰਦਾ ਰਿਹਾ। ਕੰਟਰੋਵਰਸੀ ਧੱਕੇ ਨਾਲ ਕੇ ਪੈ ਜਾਂਦੀ ਹੈ ਜਾਂ ਉਹਨੂੰ ਸੋਚ ਰਹੇ ਹੋ ਤੁਸੀਂ ਕਿ ਉਹ ਕੰਮ ਹੀ ਕਰ ਰਹੇ ਸੀ ਰਾਜਾ ਵੜਿੰਗ? ਕਿੱਥੇ ਮੁਕਾਬਲਾ ਕਰਨਗੇ ਇਹ ਲੋਕ? ਕਦੀ ਕੰਮ ਕਰਕੇ ਨਹੀਂ ਵਿਖਾਇਆ ਲੋਕਾਂ ਦਾ, ਕਦੀ ਇੱਕ ਗਲੀ ਨਹੀਂ ਬਣਾਈ। ਸਰਕਾਰੀ ਕਾਲਜ 40 ਸਾਲ ਬਾਦਲ ਰਹਿ ਗਏ ਇੱਥੇ, ਸਰਕਾਰੀ ਕਾਲਜ ਨਹੀਂ ਬਣਾਇਆ ਗਿਆ, ਉਹ ਅਸੀਂ ਲੈ ਕੇ ਆਂਦਾ ਹੁਣ। ਰਾਜਾ ਵੜਿੰਗ ਉਹਨਾਂ ਨੂੰ ਫਿਊਚਰ ਦੇ ਵਿੱਚ ਕਦੇ ਸੋਚਿਆ ਕਿ ਵੜਿੰਗ ਹੁਣੀ ਸੀਐਮ ਬਣ ਜਾਣ? ਜਿਵੇਂ 3 ਮਹੀਨਿਆਂ 'ਚ ਟਰਾਂਸਪੋਰਟ ਮੰਤਰੀ ਬਣ ਕੇ ਪੰਜਾਬ ਟਰਾਂਸਪੋਰਟ ਦਾ ਨਕਸ਼ਾ ਬਦਲਦਾ ਨਾ। ਸਪੀਚ ਵੀ ਤੁਹਾਡੀ ਸੁਣ ਰਿਹਾ ਸੀ ਔਰ ਐਂ ਲੱਗ ਰਿਹਾ ਜਿਵੇਂ ਕਿਸੇ ਨੂੰ ਸਿਆਸੀ ਗੁਰੂ ਵੀ ਧਾਰ ਰਿਹਾ। ਬਹੁਤ ਤਰੀਕੇ ਦੇ ਨਾਲ ਜਵਾਬ ਦਿੰਦੇ ਹੋ ਤੁਸੀਂ ਲੋਕਾਂ ਨੂੰ। ਨਹੀਂ, ਜੋ ਗੱਲ ਹੈ ਵੀਰੇ ਉਹ ਸੱਚ ਹੈ। ਕਦੀ ਕਿਸੇ ਕੋਈ ਸਕ੍ਰਿਪਟ ਨਹੀਂ ਲਿਖੀ। ਵਿਕਾਸ ਕੀਤਾ ਹੈ ਹਲਕੇ ਦਾ, ਜਿਹੜੇ ਕੰਮ ਮਗਰਲੇ 40 ਸਾਲਾਂ 'ਚ ਨਹੀਂ ਸੀ ਹੋਏ ਉਹ ਕਰਕੇ ਵਿਖਾਏ ਆ। ਬਸ ਉਹਨਾਂ ਦੇ ਨਾਂ 'ਤੇ ਵੋਟ ਮੰਗਦੀਆਂ। ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਪੋਲਾਈਟਲੀ ਤੁਸੀਂ ਗੱਲਾਂ ਕਰ ਰਹੇ ਹੋ ਉਸੇ ਤਰ੍ਹਾਂ ਇਹ ਚੀਜ਼ਾਂ ਵੋਟ ਦੇ ਵਿੱਚ ਵੀ ਕਨਵਰਟ ਹੋ ਜਾਣਗੀਆਂ? ਜਾਂ ਦੇਖੋ, ਮੇਰੀਆਂ ਗੱਲਾਂ ਨਾਲ ਵੋਟਾਂ ਨਹੀਂ ਪੈਣੀਆਂ। ਬਟ ਮੈਨੂੰ ਯਾਦ ਨਹੀਂ ਤੁਸੀਂ ਕਿਹਾ ਸੀ ਕਿ ਡੰਡੇ ਨਾਲ ਜਾਂ ਕੁਛ ਇਦਾਂ ਜੇ ਕਿ ਤੁਹਾਡੇ ਬਾਈ ਨੂੰ ਮੈਂ ਕਹਿ ਕੇ ਕੰਮ ਕਰਾਉਣੇ ਆ ਤੁਹਾਡੇ। ਮੁਕਾਬਲਾ ਕਿਹਦੇ ਨਾਲ ਹੈ ਤੁਹਾਡਾ? ਅਕਾਲੀ ਦਲ ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ? ਜਿਨ੍ਹਾਂ ਨੇ ਮਹਾਰਾਜ ਸਾਹਿਬ ਨਹੀਂ ਬਖਸ਼ੇ ਉਹਨਾਂ ਨੂੰ ਮੈਂ ਮੁਕਾਬਲੇ 'ਚ ਨਾ ਕਦੀ ਮੰਨਿਆ ਤੇ ਨਾ ਅੱਜ ਮੰਨਦੀ। ਰਹਿ ਗਿਆ ਆਮ ਆਦਮੀ ਪਾਰਟੀ ਦਾ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਅੱਗੇ 4 ਵਾਰੀ ਮਿੰਨਤਾਂ ਕਰਨ ਦੇ ਬਾਵਜੂਦ ਤੁਸੀਂ ਔਰਬਿਟ ਵਾਲਿਆਂ ਦੀਆਂ ਬੱਸਾਂ ਰੁਕਣ ਨਹੀਂ ਦਿੱਤੀਆਂ ਦਿੱਲੀ 'ਚ। ਇੱਕ ਨਵਾਂ ਸਕੂਲ ਇਹਨਾਂ ਨੇ ਦਿੱਲੀ 'ਚ ਨਹੀਂ ਕ੍ਰੀਏਟ ਕੀਤਾ। ਇੱਕ ਸਕੂਲ ਦਾ ਨਾਮ ਲੈ ਦਿਓ, ਇੱਕ ਸੜਕ ਨਵੀਂ ਨਹੀਂ ਬਣਾਈ। ਜਿਹੜਾ ਇਹਨਾਂ ਦਾ ਇੰਚਾਰਜ ਹੈ ਪੰਜਾਬੀ, ਉਹਨੂੰ ਬੋਲਣੀ ਨਹੀਂ ਆਉਂਦੀ। ਵੇਖੋ, ਰਾਜਾ ਜੀ ਨਾਲ ਗੱਲ ਤਾਂ ਹੋਏ ਨੂੰ ਅੱਜ 3-4 ਦਿਨ ਹੋ ਗਏ। ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਕਿਉਂਕਿ ਉਹ ਆਪਦਾ ਬਹੁਤ ਬਿਜ਼ੀ ਹੈ, ਮੈਂ ਆਪਦਾ ਬਹੁਤ ਬਿਜ਼ੀ ਹਾਂ। ਪੋਲਿਟਿਕਸ ਇੱਕ ਸੀਰੀਅਸ ਪੇਸ਼ਾ ਹੈ ਤੇ ਪੋਲਿਟਿਕਸ ਦੇ ਵਿੱਚ ਐਕਟਿਵ ਰਹਿਣਾ ਪੈਂਦਾ, ਲੋਕਾਂ ਦੇ ਵਿੱਚ ਵਿਚਰਨਾ ਪੈਂਦਾ। ਜੇ ਤੁਸੀਂ 4 ਦਿਨ ਕਿਤੇ ਪਾਸੇ ਹੋ ਤਾਂ ਫਿਰ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਰੂਰੀ ਹੋ ਜਾਂਦਾ। ਪਰ ਵੱਡੇ ਘਰਾਣੇ, ਜੋ ਸਿਆਸੀ ਵੱਡੇ ਘਰਾਣੇ ਨੇ ਪੰਜਾਬ ਦੇ, ਉਹਨਾਂ ਨੂੰ ਛੱਡ ਦਈਏ ਤਾਂ ਬਹੁਤ ਗਿਣਵੇਂ ਚੁਣਵੇਂ ਲੋਕ ਹੀ ਨੇ ਜਿਹੜੇ ਪੰਜਾਬ ਦੇ ਐਕਟਿਵ ਸਿਆਸੀ ਲੀਡਰ ਨੇ ਔਰ ਉਹਨਾਂ ਦੀਆਂ ਘਰ ਵਾਲੀਆਂ ਵੀ ਬਹੁਤ ਐਕਟਿਵ ਨੇ। ਜਿਵੇਂ ਲੋਕ ਸਿਆਸੀ ਆਗੂਆਂ ਨੂੰ ਸੁਣਦੇ ਆ, ਉਹਨਾਂ ਦੀਆਂ ਘਰ ਵਾਲੀਆਂ ਨੂੰ ਵੀ ਲੋਕ ਉਸੇ ਤਰ੍ਹਾਂ ਸੁਣਦੇ ਆ। ਔਰ ਜੇ ਉਹ 4 ਦਿਨ ਪਾਸੇ ਹੋਣ ਤਾਂ ਉਹ ਫਿਰ ਹਲਕੇ ਵੀ ਸਾਂਭਦੀਆਂ ਨੇ। ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੀ ਸਿਆਸਤ ਦਾ ਇੱਕ ਚਰਚਿਤ ਚਿਹਰਾ ਤੇ ਟਰਾਂਸਪੋਰਟ ਮੰਤਰੀ। ਰਾਜਾ ਵੜਿੰਗ ਕਰੋਨਾ ਹੋ ਗਿਆ ਉਹਨਾਂ ਨੂੰ, ਪਰ ਉਹਨਾਂ ਦੇ ਪਤਨੀ ਅਮਰਤਾ ਵੜਿੰਗ ਸਾਡੇ ਨਾਲ ਨੇ, ਹਲਕਾ ਵੀ ਸਾਂਭਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਵੀ ਨੇ ਔਰ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖਿਆ ਬਹੁਤ ਸਰਗਰਮ ਰਹਿੰਦੇ ਆ। ਅਮਰਤਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਧੰਨਵਾਦ, ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਦੱਸੋ, ਰਾਜਾ ਜੀ ਨੂੰ ਕੋਵਿਡ ਹੋ ਗਿਆ, ਕਿਵੇਂ ਸਿਹਤ ਕਿਵੇਂ ਉਹਨਾਂ ਦੀ? ਰਾਜਾ ਬਿਲਕੁਲ ਠੀਕ ਹੈ, ਕੋਈ ਸਿੰਪਟਮਸ ਨਹੀਂ। ਇੱਕ ਗੱਲ ਜਿਹੜੀ ਮੈਂ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਵੈਕਸੀਨ ਨੂੰ ਬਿਲਕੁਲ ਅਵੋਇਡ ਨਾ ਕਰੋ। ਰਾਜਾ ਜੀ ਦੇ ਦੋਨੋਂ ਸ਼ਾਟਸ ਲੱਗੇ ਹੋਏ ਸੀ, ਕੋਈ ਪ੍ਰੋਬਲਮ ਨਹੀਂ ਰਾਜਾ ਨੂੰ, ਹੀ ਇਜ਼ ਵੈਰੀ ਨੋਰਮਲ। ਠੀਕ ਹੈ, ਲੋਕਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਕਿਉਂਕਿ ਇਲੈਕਸ਼ਨ ਸਿਰ ਤੇ ਨੇ ਔਰ ਦਿਨ ਬਹੁਤ ਘੱਟ ਰਹਿ ਗਏ ਆ, ਦਿਨ ਲਗਾਤਾਰ ਘਟਦੇ ਜਾ ਰਹੇ ਆ। ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਤਾਂ ਕਿਹੜੀਆਂ ਗੱਲਾਂ ਲੈ ਕੇ, ਕਿਹੜੇ ਪੁਆਇੰਟਸ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ? ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ। ਇਹ ਇਲੈਕਸ਼ਨ ਮੈਨੂੰ ਇਕੱਲੇ ਰਾਜਾ ਵੜਿੰਗ ਜੀ ਦਾ ਇਲੈਕਸ਼ਨ ਨਜ਼ਰ ਨਹੀਂ ਆ ਰਿਹਾ। ਇਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ, ਮਤਲਬ ਰਿਸਪੌਂਸ ਇਸ ਤਰ੍ਹਾਂ ਦਾ ਮਿਲ ਰਿਹਾ ਹੈ ਜਿਵੇਂ ਇਹ ਹਰ ਇੱਕ ਗਿੱਦੜਵਾ ਨਿਵਾਸੀ ਦਾ ਇਲੈਕਸ਼ਨ ਹੋਵੇ। ਮੇਰੇ ਨਾਲੋਂ ਕਿਤੇ ਜ਼ਿਆਦਾ ਉਤਸ਼ਾਹ ਆਮ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਤੇ ਕੋਈ ਵੀ ਗੱਲ ਦੱਸਣ ਦੀ ਲੋੜ ਨਹੀਂ ਕਿਉਂਕਿ ਮਗਰਲੇ 5 ਸਾਲ ਕੰਮ ਹੀ ਇੰਨੇ ਕੀਤੇ ਹੈ। ਜੋ ਕੀਤਾ ਲੋਕਾਂ ਦੇ ਸਾਹਮਣੇ ਹੈ, ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੈ। ਕੁਛ ਵੀ ਬਿਆਨ ਕਰਨ ਦੀ ਜ਼ਰੂਰਤ ਨਹੀਂ। ਕੀ ਕਹਿ ਰਹੇ ਲੋਕ ਜਦੋਂ ਤੁਸੀਂ ਜਾ ਰਹੇ ਹੋ? ਮੈਂ ਸਪੀਚ ਵੀ ਤੁਹਾਡੀ ਸੁਣ ਰਿਹਾ ਸੀ ਔਰ ਐਂ ਲੱਗ ਰਿਹਾ ਜਿਵੇਂ ਕਿਸੇ ਨੂੰ ਸਿਆਸੀ ਗੁਰੂ ਵੀ ਧਾਰ ਰਿਹਾ। ਬਹੁਤ ਤਰੀਕੇ ਦੇ ਨਾਲ ਜਵਾਬ ਦਿੰਦੇ ਹੋ ਤੁਸੀਂ ਲੋਕਾਂ ਨੂੰ। ਨਹੀਂ, ਜੋ ਗੱਲ ਹੈ ਵੀਰੇ ਉਹ ਸੱਚ ਹੈ। ਕਦੀ ਕਿਸੇ ਕੋਈ ਸਕ੍ਰਿਪਟ ਨਹੀਂ ਲਿਖੀ ਕੋਈ ਜਵਾਬ ਦੇਣ ਵਾਸਤੇ। ਜਿਹੜੀ ਗੱਲ ਕਰੀਦੀ ਹੈ ਹਮੇਸ਼ਾ ਹੀ ਉਸੇ ਤਰ੍ਹਾਂ ਦੀ ਕਰੀਦੀ ਹੈ, ਜੋ ਅੱਖਾਂ ਦੇ ਸਾਹਮਣੇ ਹੈ ਉਹੀ ਗੱਲ ਹੈ। ਤੇ ਜਿਹੜੇ ਕੰਮ ਕੀਤੇ ਸਿਰਫ ਉਹਨਾਂ ਬਾਰੇ ਗੱਲ ਕਰਦੀ ਹੈ, ਉਸ ਤੋਂ ਇਲਾਵਾ ਕੋਈ ਗੱਲ ਨਹੀਂ ਕਰਦੀ। ਟੱਕਰ ਕਿਹਦੇ ਨਾਲ ਦੇਖਦੇ ਹੋ? ਸਿਰਫ ਆਪਦੇ ਕੰਮਾਂ ਨੂੰ ਮੂਹਰੇ ਰੱਖਿਆ ਹੋਇਆ ਹੈ, ਉਹਨਾਂ ਕੰਮਾਂ ਨੂੰ ਵੋਟ ਪੈਣੀ ਹੈ। ਕੋਈ ਮਰਜ਼ੀ ਆ ਜੇ, ਕੋਈ ਮਰਜ਼ੀ ਆ ਜੇ, ਅਸੀਂ ਲੋਕਾਂ ਦੇ ਲਈ ਹਮੇਸ਼ਾ ਖੜੇ ਹਾਂ, ਹਮੇਸ਼ਾ ਖੜੇ ਰਵਾਂਗੇ। ਵਿਕਾਸ ਕੀਤਾ ਹੈ ਹਲਕੇ ਦਾ, ਜਿਹੜੇ ਕੰਮ ਮਗਰਲੇ 40 ਸਾਲਾਂ 'ਚ ਨਹੀਂ ਸੀ ਹੋਏ ਉਹ ਕਰਕੇ ਵਿਖਾਏ ਹੈ। ਬਸ ਉਹਨਾਂ ਦੇ ਨਾਂ 'ਤੇ ਵੋਟ ਮੰਗਦੀਆਂ, ਆਪੋਜੀਸ਼ਨ ਜੋ ਮਰਜ਼ੀ ਹੋਵੇ, ਮੇਰਾ ਉਹਦੇ ਵੱਲ ਧਿਆਨ ਨਹੀਂ। ਕਿਹੜੇ ਕੰਮ, ਜੇ ਮੈਂ ਪੁੱਛਾਂ ਤਾਂ ਕਿਹੜੇ ਕੰਮ ਗਿਣਾਉਂਦੇ ਹੋ ਤੁਸੀਂ ਲੋਕਾਂ ਨੂੰ, ਜਾਂ ਜੇ ਗਿਣਾਉਣ ਵਾਸਤੇ ਕਹੋ ਤਾਂ ਕਿਹੜੇ ਕੰਮ ਗਿੱਦੜਵਾਹੇ ਦੇ ਲੋਕਾਂ ਵਾਸਤੇ ਕੀਤੇ ਨੇ ਹੁਣ ਤੱਕ ਰਾਜਾ ਵੜਿੰਗ ਹੋਣਾ ਨੇ? ਮਗਰਲੇ 40 ਸਾਲਾਂ 'ਚ ਗਿੱਦੜਵੇ ਦੇ ਵਿੱਚ ਸੜਕਾਂ ਗਲੀਆਂ ਬਣੀਆਂ ਹੀ ਨਹੀਂ ਸੀ। ਹਰ ਪਿੰਡ ਦੇ ਵਿੱਚ ਗਲੀਆਂ ਦਾ ਜਾਲ ਵਿਛਾਇਆ ਹੈ। ਜੇ ਐਗਜ਼ੈਕਟ ਵਰਡਸ ਵਿੱਚ ਕਹਾਂ, ਕੋਈ ਸੜਕ ਨਹੀਂ ਛੱਡੀ।
ਕਿਸੇ ਪਿੰਡ ਦਾ ਸਕੂਲ ਨਹੀਂ ਛੱਡਿਆ, ਹਰ ਸਕੂਲ ਦੀ ਡਿਵੈਲਪਮੈਂਟ ਕੀਤੀ ਹੈ। ਸਰਕਾਰੀ ਕਾਲਜ ਲੈ ਕੇ ਆਂਦਾ ਗਿੱਦੜਬਾਹਾ ਦੇ ਵਿੱਚ, ਹਰ ਪਿੰਡ ਦੇ ਵਿੱਚ ਜਿਮਸ ਬਣਾਈ ਹੈ, ਗਰੀਬ ਲੋਕਾਂ ਵਾਸਤੇ ਧਰਮਸ਼ਾਲਾ ਬਣਾਈਆਂ, ਗਰੀਬ ਲੋਕਾਂ ਵਾਸਤੇ ਮੈਰਿਜ ਪੈਲੇਸਿਸ ਬਣਾਏ ਹੈ। ਹਸਪੀਟਲ ਹੈ ਜਿਹੜਾ ਗਿੱਦੜਬਾਹਾ ਦਾ, ਉਹ ਪੰਜਾਬ ਦਾ ਪਹਿਲੇ ਨੰਬਰ ਦਾ ਹਸਪੀਟਲ 3 ਵਾਰੀ ਐਲਾਨਿਆ ਗਿਆ ਹੈ। 15 ਲੱਖ ਰੁਪਇਆ ਇੱਕ ਵਾਰੀ ਇਨਾਮ ਮਿਲਿਆ, ਲੱਖ ਰੁਪਇਆ 2 ਵਾਰੀ ਮਿਲਿਆ। ਕੋਈ ਕੰਮ ਨਹੀਂ ਛੱਡਿਆ, ਆਪ ਦੇ ਵੱਲੋਂ ਕੋਈ ਕੰਮ ਨਹੀਂ ਛੱਡਿਆ। ਆਈ ਥਿੰਕ ਇਹ ਜੇ ਤੁਸੀਂ ਲੋਕਾਂ ਨੂੰ ਪੁੱਛੋ ਤਾਂ ਜ਼ਿਆਦਾ ਬਿਹਤਰ ਜਵਾਬ ਦੇਣਗੇ ਉਹ ਤੁਹਾਨੂੰ। ਜੀ ਮਲਾਲ ਹੈਗਾ, ਥੋੜੇ ਬਹੁਤ ਕੰਮ ਰਹਿ ਗਏ ਹੋਣ ਜਿਹੜੇ ਤੁਸੀਂ ਕਿਹਾ ਹੋਵੇ ਵੀ ਆਹ ਕੰਮ ਹੋ ਜਾਣ, ਲੋਕਾਂ ਨੇ ਕਹੇ ਹੋਣ ਵੀ ਆਹ ਕੰਮ ਹੋ ਜਾਣ, ਤਾਂ ਲੋਕ ਕਹਿੰਦੇ ਹੋਣ ਵੀ ਆਹ ਤਾਂ ਸਾਡੇ ਕੰਮ ਨਹੀਂ ਹੋਏ। ਦੇਖੋ, ਜਿਉਂਦੇ ਜੀ ਕੰਮ ਕਦੀ ਨਹੀਂ ਮੁੱਕਦੇ, ਤੇ ਸੱਚੇ ਪਾਤਸ਼ਾਹ ਨੇ ਤਾਕਤ ਬਖਸ਼ੀ, ਲੋਕਾਂ ਨੂੰ ਕਰਕੇ ਵਿਖਾਈ ਹੈ, ਤੇ ਆਉਂਦੇ ਸਮੇਂ 'ਚ ਵੀ ਇਸੇ ਤਰ੍ਹਾਂ ਤਾਕਤ ਮਿਲੇ। ਕੰਮ ਤਾਂ ਸਦਾ ਹੀ ਲੋੜੀਦੇ ਹੈ, ਜੀਵਾਂਗੇ ਤਾਂ ਕੰਮਾਂ ਦੀ ਸਦਾ ਹੀ ਲੋੜ ਹੈ। ਕੰਮ ਰਹਿ ਵੀ ਜਾਂਦੇ ਆ, ਜਿਹੜੇ ਰਹਿ ਗਏ ਉਹ ਆਉਂਦੇ ਵਾਰੀ ਫੇਰ ਕਰ ਦਿਆਂਗੇ। ਇਹ ਕਰਦੇ ਹੀ ਰਹਿਣਾ ਹੈ, ਕੰਮ ਤਾਂ ਸਦਾ ਹੀ ਕਰਦੇ ਰਹਿਣੇ ਆ। ਤੁਸੀਂ ਲੋਕਾਂ ਨੂੰ ਕਹਿ ਰਹੇ ਸੀਗੇ ਕਿ ਕੁਛ ਇੱਕ ਲੋਕ ਕਹਿੰਦੇ ਸਾਨੂੰ ਚੈੱਕ ਨਹੀਂ ਮਿਲੇ, ਉਦੋਂ ਵੀ ਬੜਾ ਤੁਸੀਂ ਜਵਾਬ ਉਹਨਾਂ ਨੂੰ ਦਿੱਤਾ ਕਿ ਸ਼ਾਂਤੀ ਹੋ ਗਈ। ਉਹ ਉਸੇ ਤਰ੍ਹਾਂ ਮੈਂ ਹੁਣ ਪੁੱਛਿਆ, ਹੁਣ ਵੀ ਜਵਾਬ ਹਾਜ਼ਰ ਜਵਾਬ ਬਹੁਤ ਨੂੰ ਮੈਂ ਪੁੱਛ ਰਿਹਾ ਸੀ ਕਿ ਜਿੱਦਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣੀ ਨੇ, ਔਰ ਇਹਨਾਂ ਦੇ ਪਿੱਛੇ ਹੀ ਸਿਆਸਤ ਕਰਨੀ ਹੈ, ਜਾਂ ਅੰਮ੍ਰਿਤਾ ਵੜਿੰਗ ਹੁਣਾਂ ਨੇ ਵੀ ਸੋਚਿਆ ਵੀ ਆਪਾਂ ਵੀ ਕਦੇ MLA MP ਕੁਛ ਟਿਕਟ ਮਿਲ ਜੇ ਪਾਰਟੀ ਤੋਂ ਤਾਂ ਇਲੈਕਸ਼ਨ ਲੜਨਾ? ਨਹੀਂ, ਕਦੀ ਨਹੀਂ ਸੋਚਿਆ। ਜਿਸ ਤਰ੍ਹਾਂ ਇੱਕ ਆਮ ਪੰਜਾਬਣ ਆਪਦਾ ਘਰ ਸੰਭਾਲਦੀ ਹੈ, ਜੋ ਵੀ ਹਸਬੈਂਡ ਦਾ ਪੇਸ਼ਾ ਹੋਵੇ ਉਹਦੇ ਨਾਲ ਮੋਢਾ ਲਾ ਕੇ ਚੱਲਣਾ, ਆਈ ਥਿੰਕ ਹਰੇਕ ਔਰਤ ਇਸੇ ਤਰ੍ਹਾਂ ਕਰਦੀ ਹੈ। ਅਤੇ ਮੈਂ ਵੀ ਉਸੇ ਤਰ੍ਹਾਂ ਹੀ, ਜੋ ਰਾਜਾ ਜੀ ਦਾ ਪੈਸ਼ਨ ਹੈ, ਪ੍ਰੋਫੈਸ਼ਨ ਹੈ, ਉਹਨਾਂ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜਨ ਨੂੰ ਠੀਕ ਸਮਝਿਆ, ਅਤੇ ਹਮੇਸ਼ਾ ਡਟ ਕੇ ਆਪਦਾ ਕੰਮ ਕੀਤਾ, ਸਦਾ ਅੱਗੇ ਕਰਦੇ ਰਵਾਂਗੇ। ਹੋ ਸਕਦਾ ਕਦੇ ਕਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਵੀ MP ਨੇ, ਹਰਸਿਮਰਤ ਬਾਦਲ ਹੁਣੀ ਵੀ MP ਨੇ, ਉਦੋਂ ਰਾਜਾ ਵੜਿੰਗ ਹੁਣੀ ਵੀ MLA ਬਣ ਜਾਣ, ਤੇ ਇੱਧਰੋਂ ਅੰਮ੍ਰਿਤਾ ਵੜਿੰਗ ਹੁਣੀ ਵੀ ਕੁਛ ਟਿਕਟ ਮਿਲ ਜੇ ਪਾਰਟੀ ਵੱਲੋਂ, ਤਾਂ ਚਾਹੁੰਦੇ ਹੋ ਕਦੇ, ਜਾਂ ਕੁਛ ਮੰਗਿਆ ਪਾਰਟੀ ਵੱਲੋਂ? ਕੁਛ ਕਦੀ ਨਹੀਂ ਮੰਗਿਆ। ਦੇਖੋ, ਮੀਡੀਆ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਦੀ ਹੈ ਹਰ ਚੀਜ਼, ਕਦੀ ਨਹੀਂ ਮੰਗਿਆ, ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗੂਗਾ। ਹਾਂਜੀ, ਮੈਨੂੰ ਇਹ ਦੱਸੋ ਕਿ ਟੱਕਰ ਦੀ ਗੱਲ ਕਰਾਂ ਤਾਂ ਮੈਂ ਥੋੜਾ ਜਿਹਾ ਗਰਾਊਂਡ ਲੈਵਲ ਦੀ ਗੱਲ ਕਰਾਂ। ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ। ਅਮਰਿੰਦਰ ਸਿੰਘ ਰਾਜਾ ਵੜਿੰਗ ਚੰਡੀਗੜ੍ਹ ਹੁੰਦੇ ਸੀ ਤਾਂ ਤੁਸੀਂ ਉਹਨਾਂ ਦਾ ਹਲਕਾ ਸਾਂਭਦੇ ਹੁੰਦੇ ਸੀ, ਲੋਕ ਤੁਹਾਡੇ ਕੋਲ ਪਹੁੰਚ ਜਾਂਦੇ ਸੀ। ਇੱਕ ਦਿਨ ਤੁਸੀਂ ਕਿਹਾ ਵੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀਆਂ ਤੁਹਾਡੀ ਵੀਡੀਓਜ਼, ਔਰ ਐਗਜ਼ੈਕਟ ਵਰਡ ਮੈਨੂੰ ਯਾਦ ਨਹੀਂ, ਤੁਸੀਂ ਕਿਹਾ ਸੀ ਕਿ ਡੰਡੇ ਨਾਲ ਜਾਂ ਕੁਛ ਇਦਾਂ ਜੇ ਕਿ ਤੁਹਾਡੇ ਬਾਈ ਨੂੰ ਮੈਂ ਕਹਿ ਕੇ ਕੰਮ ਕਰਾਉਣੇ ਆ ਤੁਹਾਡੇ। ਇਸ ਤਰ੍ਹਾਂ ਲੋਕਾਂ ਦੇ ਨਾਲ ਪਿਆਰ ਹੈ, ਬੀਬੀਆਂ ਦੇ ਨਾਲ ਵੀ, ਬੀਬੀਆਂ ਦੇ ਵਿੱਚ ਮੈਂ ਦੇਖ ਰਿਹਾ ਸੀ ਤੁਸੀਂ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਾ ਰਹੇ ਹੋ। ਤਾਂ ਲੋਕ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਪੋਲਾਈਟਲੀ ਤੁਸੀਂ ਗੱਲਾਂ ਕਰ ਰਹੇ ਹੋ, ਉਸੇ ਤਰ੍ਹਾਂ ਇਹ ਚੀਜ਼ਾਂ ਵੋਟਸ ਦੇ ਵਿੱਚ ਵੀ ਕਨਵਰਟ ਹੋ ਜਾਣਗੀਆਂ, ਜਾਂ ਜਿਵੇਂ ਲੱਗ ਰਿਹਾ ਤੁਹਾਨੂੰ? ਵੇਖੋ, ਮੇਰੀਆਂ ਗੱਲਾਂ ਨਾਲ ਵੋਟਾਂ ਨਹੀਂ ਪੈਣੀਆਂ, ਕੰਮਾਂ ਨੂੰ ਵੋਟਾਂ ਪੈਣੀਆਂ। ਲੋਕਾਂ ਨੇ ਆਪਦੇ, ਜੋ ਲੋਕਾਂ ਲਈ ਰਾਜਾ ਜੀ ਨੇ ਮਗਰਲੇ 5 ਸਾਲ ਕੰਮ ਕੀਤਾ, ਵੋਟਾਂ ਉਹਨਾਂ ਨੂੰ ਪੈਣੀਆਂ। ਦੇਖੋ, ਲੋਕ ਬਹੁਤ ਸਿਆਣੇ ਹੈ, ਕੁਛ ਦੱਸਣ ਦੀ ਲੋੜ ਨਹੀਂ, ਕੁਛ ਕਹਿਣ ਦੀ ਲੋੜ ਨਹੀਂ। ਬਾਦਲਾਂ ਨੂੰ ਗਿੱਦੜਵੇ ਦੇ ਲੋਕਾਂ ਨੇ 40 ਸਾਲ ਦੇਖਿਆ, ਜਿੰਨਾ ਇਸ ਹਲਕੇ ਦੇ ਲੋਕਾਂ ਨੇ ਬਾਦਲਾਂ ਨੂੰ ਦੇਖਿਆ ਨਾ, ਉਹਨਾਂ ਕਿਸੇ ਨੇ ਵੀ ਨਹੀਂ ਵੇਖਿਆ। ਬਹੁਤ ਸਿਆਣੇ ਲੋਕ ਹੈ, ਕੁਛ ਦੱਸਣ ਦੀ ਲੋੜ ਨਹੀਂ। ਅਤੇ ਜਿੱਥੋਂ ਤੱਕ ਟੱਕਰ ਦੀ ਗੱਲ ਹੈ, ਤਾਂ ਬਿਲਕੁਲ ਕਲੀਅਰ ਇਹ ਗੱਲ ਹੈ ਕਿ ਟੱਕਰ ਕਿਸੇ ਨਾਲ ਵੀ ਨਹੀਂ। ਕਿੱਥੇ ਮੁਕਾਬਲਾ ਕਰਨਗੇ ਇਹ ਲੋਕ? ਕਦੀ ਕੰਮ ਕਰਕੇ ਨਹੀਂ ਵਿਖਾਇਆ ਲੋਕਾਂ ਦਾ, ਕਦੀ ਇੱਕ ਗਲੀ ਨਹੀਂ ਬਣਾਈ। ਸਰਕਾਰੀ ਕਾਲਜ 40 ਸਾਲ ਬਾਦਲ ਰਹਿ ਗਏ, ਇੱਥੇ ਸਰਕਾਰੀ ਕਾਲਜ ਨਹੀਂ ਬਣਾਇਆ ਗਿਆ, ਉਹ ਅਸੀਂ ਲੈ ਕੇ ਆਂਦਾ। ਹੁਣ ਸਿਲੰਡਰ, ਜਦੋਂ ਫਸਟ ਟਾਈਮ ਰਾਜਾ ਜੀ MLA ਬਣੇ ਹੈ, ਤਾਂ ਲੋਕਾਂ ਦੀ ਇੱਕੋ ਮੰਗ ਸੀ ਕਿ ਸਾਡੀ ਕੌਂਸਟੀਟੂਐਂਸੀ ਦੇ ਵਿੱਚ ਜੀ ਸਿਲੰਡਰ ਨਹੀਂ ਮਿਲਦਾ। ਸਵੇਰੇ 4 ਵਜੇ ਸਿਲੰਡਰ ਲੈਣ ਦੀ ਲਾਈਨ ਲੱਗ ਜਾਂਦੀ ਸੀ, ਅਤੇ ਸ਼ਾਮ ਨੂੰ 5 ਵੱਜ ਜਾਂਦੇ ਸੀ, ਸਿਲੰਡਰ ਨਹੀਂ ਸੀ ਮਿਲਦਾ, ਲੇਡੀਜ਼ ਉਵੇਂ ਹੀ ਵਾਪਸ ਮੁੜ ਆਉਂਦੀਆਂ ਸੀ। ਸਭ ਤੋਂ ਪਹਿਲਾਂ ਤਾਂ 2 ਸਿਲੰਡਰਾਂ ਦੀਆਂ ਏਜੰਸੀਜ਼ ਲਿਆਂਦੀਆਂ। ਬੇਸਿਕਲੀ ਹਲਕੇ ਦੇ ਵਿੱਚ ਕੋਈ ਕੰਮ ਇਸ ਤਰ੍ਹਾਂ ਦਾ ਰਹਿਣ ਨਹੀਂ ਦਿੱਤਾ ਜਿਹੜੀ ਲੋਕਾਂ ਦੀ ਮੰਗ ਹੋਵੇ, ਅਤੇ ਕੰਮ ਕਦੀ ਮੁੱਕਦੇ ਨਹੀਂ। ਜਿਵੇਂ ਮੈਂ ਪਹਿਲਾਂ ਕਿਹਾ, ਕੰਮ ਸਦਾ ਇਸੇ ਤਰ੍ਹਾਂ ਚੱਲਦੇ ਰਹਿਣਗੇ, ਮੁਕਾਬਲਾ ਕਿਸੇ ਨਾਲ ਨਹੀਂ, ਕੰਮਾਂ ਨੂੰ ਵੋਟ ਪੈਣੀ ਹੈ, ਪਹਿਲਾਂ ਵੀ ਕੰਮਾਂ ਨੂੰ ਪਈ ਹੈ। ਟਰਾਂਸਪੋਰਟ ਮੰਤਰੀ ਬਣੇ ਰਾਜਾ ਵੜਿੰਗ ਹੁਣੀ, ਤਾਂ ਵਿਰੋਧੀ ਜਿਹੜੇ ਖਾਸ ਤੌਰ 'ਤੇ ਅਕਾਲੀ ਦਲ ਦੇ ਉਮੀਦਵਾਰ ਵੀ ਨੇ, ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀਆਂ ਬੱਸਾਂ 'ਤੇ ਤਾਂ ਜਾਣ ਕੇ ਰਾਜਾ ਵੜਿੰਗ ਕਾਰਵਾਈ ਕਰ ਰਹੇ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਕੀ ਲੱਗਦਾ, ਵਾਕਈ ਕਾਰਵਾਈ ਬਣਦੀ ਸੀਗੀ, ਜਾਂ ਤੁਸੀਂ ਗੱਲਾਂ ਕਰਦੇ ਹੋਗੇ? ਸੋਸ਼ਲ ਮੀਡੀਆ 'ਤੇ ਬਹੁਤ ਵੱਡੇ ਪੱਧਰ 'ਤੇ ਪ੍ਰਚਾਰ ਵੀ ਕੀਤਾ ਗਿਆ ਕਿ ਰਾਜਾ ਵੜਿੰਗ ਨੇ ਤਾਂ ਜਾਣਬੁੱਝ ਕੇ ਸਾਡੇ 'ਤੇ ਕਾਰਵਾਈ ਕੀਤੀ, ਬਦਲਾਖੋਰੀ ਹੈ, ਸਿਆਸੀ ਬਦਲਾਖੋਰੀ। ਮਾਫੀਆ ਸ਼ਬਦ ਹੈ ਜਿਹੜਾ, ਉਹ ਵਿਰੋਧੀ ਧਿਰ ਨਾਲ ਜੁੜਿਆ ਹੋਇਆ ਹੈ। ਕਾਂਗਰਸ ਪਾਰਟੀ ਦਾ ਮਾਫੀਆ ਨਾਲ ਕੋਈ ਲੈਣਾ ਦੇਣਾ ਨਹੀਂ। ਜੇ ਮਾਫੀਆ ਨੂੰ ਖਤਮ ਕਰਨਾ ਮਾੜੀ ਗੱਲ ਹੈ, ਤਾਂ ਇਸ ਤਰ੍ਹਾਂ ਦੇ ਮਾੜੇ ਕੰਮ ਰਾਜਾ ਵੜਿੰਗ ਸਦਾ ਕਰਦੇ ਰਹਿਣਗੇ। ਮਾਫੀਆ ਨੂੰ ਖਤਮ ਕਰਨ ਦਾ ਪਹਿਲਾ ਕਦਮ ਚੁੱਕਿਆ ਹੈ, ਅਤੇ ਇਹ ਹਾਲੇ ਟਰਾਂਸਪੋਰਟ 'ਚ ਕੀਤਾ ਹੈ। ਜਿਹੜੇ ਮਹਿਕਮੇ ਮਿਲਦੇ ਗਏ, ਸੱਚੇ ਪਾਤਸ਼ਾਹ ਨੇ ਚਾਹਿਆ ਤਾਂ ਇਸੇ ਤਰ੍ਹਾਂ ਮਾਫੀਆ ਨੂੰ ਖਤਮ ਕਰਦੇ ਰਹਾਂਗੇ। ਵਿਰੋਧੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ। ਉਹਨਾਂ ਨੇ
ਆਪਦੇ 5 ਸਾਲ 10 ਸਾਲ ਜਿੰਨੀ ਦੇਰ ਉਹ ਸਰਕਾਰ 'ਚ ਰਹੇ ਉਹਨਾਂ ਨੇ ਮਾਫੀਆ ਨੂੰ ਬਣਾਉਣ ਤੇ ਲਾਇਆ ਹੈ। ਸਾਨੂੰ 3 ਮਹੀਨੇ ਮਿਲੇ ਸੀ, ਅਸੀਂ 3 ਮਹੀਨੇ ਦੇ ਵਿੱਚ ਜੋ ਮਾਫੀਆ ਨੂੰ ਖਤਮ ਕਰਨ ਲਈ ਕਰ ਸਕਦੇ ਸੀ ਉਹ ਕੀਤਾ ਹੈ। ਉਹਨਾਂ ਦਾ ਕੰਮ ਹੀ ਵਿਰੋਧ ਕਰਨਾ, ਮੈਂ ਉਸ ਗੱਲ ਵਿੱਚ ਪੈਣਾ ਨਹੀਂ ਚਾਹੁੰਦੀ। ਕਿਉਂਕਿ ਉਹ ਤਾਂ ਬਹੁਤ ਪਰਸਨਲੀ ਜਾ ਕੇ ਮੈਂ ਸਵਾਲ ਤਾਂ ਪੁੱਛਿਆ, ਉਹ ਕਹਿੰਦੇ ਕਿ ਅਸੀਂ ਤਾਂ ਚੀਕਾਂ ਕਢਾ ਦਿਆਂਗੇ ਰਾਜਾ ਵੜਿੰਗ ਹੋਣਾ ਦੀ। ਪਰਸਨਲੀ ਸੋਸ਼ਲ ਮੀਡੀਆ ਤੇ ਓਪਨਲੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਤੁਸੀਂ ਵੀ ਦੇਖਿਆ ਹੋਣਾ। ਦੇਖੋ, ਲਿਆਕਤ ਇੱਕ ਬੜੀ ਵੱਡੀ ਚੀਜ਼ ਹੈ। ਉਹ ਜੋ ਕੋਈ ਵੀ ਬੋਲਦਾ ਹੈ, ਮੈਂ ਮਤਲਬ ਇਹ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਬਚਪਨ 'ਚ ਕਿਸੇ ਨੇ ਸੰਸਕਾਰ ਦਿੱਤੇ ਹੀ ਨਹੀਂ। ਕੋਈ ਵੀ ਬੋਲਦਾ, ਮੈਨੂੰ ਨਹੀਂ ਪਤਾ ਉਹ ਕੌਣ ਬੋਲਦਾ ਹੈ, ਮੈਂ ਕਦੀ ਵਿਰੋਧੀ ਧਿਰ ਕੀ ਬੋਲ ਰਹੀ ਹੈ ਕੀ ਨਹੀਂ ਬੋਲ ਰਹੀ ਮੈਂ ਕਦੀ ਨਾ ਸੁਣਿਆ ਹੈ, ਨਾ ਮੈਂ ਸੁਣਨਾ ਪਸੰਦ ਕਰਦੀ ਹਾਂ, ਕਿਉਂਕਿ ਮੇਰਾ ਧਿਆਨ ਸਿਰਫ ਆਪਦੇ ਕੰਮਾਂ ਵੱਲ ਹੁੰਦਾ ਹੈ। ਦੇਖੋ, ਜਿਹੜੇ ਬੰਦੇ ਨੂੰ ਬੋਲਣ ਦੀ ਲਿਆਕਤ ਹੀ ਨਹੀਂ, ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਮੈਂ ਬੋਲਣਾ ਕਿਸ ਤਰ੍ਹਾਂ, ਜਿਹੜੀ ਤੁਸੀਂ ਸ਼ਬਦਾਵਲੀ ਹੁਣ ਯੂਜ਼ ਕਰ ਰਹੇ ਹੋ, ਇਹ ਕਦੀ ਤੁਸੀਂ ਮੇਰੇ ਮੂੰਹੋਂ ਜਾਂ ਰਾਜਾ ਜੀ ਦੇ ਮੂੰਹ ਕਦੀ ਨਹੀਂ ਸੁਣੋਗੇ। ਅਸੀਂ ਆਪਦੇ ਕੰਮ ਕਰਦੇ ਹਾਂ, ਦੱਬ ਕੇ ਕਰਾਂਗੇ, ਇਸੇ ਤਰ੍ਹਾਂ ਕਰਦੇ ਰਵਾਂਗੇ। ਤੇ ਕਈ ਲੋਕ ਕੰਮ ਕਰਕੇ ਵਿਖਾਉਂਦੇ ਹੈ, ਕਈ ਰੌਲਾ ਪਾ ਕੇ ਚੀਕਾਂ ਮਾਰ ਕੇ ਸੁਣਾਉਂਦੇ ਹੈ। ਸੋ ਜਿਹੜਾ ਕੰਮ ਕਰਦਾ ਉਹ ਕੰਮ ਕਰਦਾ ਰਹੂਗਾ, ਜਿਹੜਾ ਰੌਲਾ ਪਾਉਂਦਾ ਉਹ ਰੌਲਾ ਹੀ ਪਾਉਂਦਾ ਰਹੂਗਾ ਸਾਰੀ ਉਮਰ, ਤੇ ਪਾਉਂਦੇ ਰਹਿੰਦੇ ਹੋ, ਫਿਰ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਗਿੱਦੜਬਾਹੇ ਦੇ ਲੋਕਾਂ ਲਈ ਅਗਲੀ ਵਾਰ ਮੌਕਾ ਮਿਲਦਾ ਤਾਂ ਕਿਹੜੇ ਕੰਮ ਗਿਣਾ ਰਹੇ ਹੋ ਤੁਸੀਂ ਵੀ ਆਪਾਂ ਆਹ ਕੰਮ ਵੀ ਕਰਨੇ? ਹਾਲਾਂਕਿ ਤੁਸੀਂ ਕਿਹਾ ਕਿ ਕੰਮ ਤਾਂ ਜ਼ਿੰਦਗੀ ਭਰ ਨਹੀਂ ਮੁੱਕਦੇ, ਵੈਸੇ ਕਹਿੰਦੇ ਹੋ ਕਿ ਸਾਰੇ ਕੰਮ ਅਸੀਂ ਨਿਪਟਾ ਵੀ ਦਿੱਤੇ ਜਿਹੜੇ ਇੰਪੋਰਟੈਂਟ ਕੰਮ ਸੀਗੇ। ਕਿਹੜੇ ਕੰਮ ਹੁਣ ਟੀਚਾ ਕੀ ਲੈ ਕੇ ਚੱਲ ਰਹੇ ਹੋ ਅੱਗੇ? ਠੀਕ ਹੈ, ਜਿਹੜੇ ਆਹ 5 ਸਾਲ ਸੀ, ਇਹ 5 ਸਾਲ ਵੀਰੇ ਗਿੱਦੜਵੇ ਦਾ ਬੇਸਿਕ ਇਨਫਰਾਸਟ੍ਰਕਚਰ ਖੜਾ ਕੀਤਾ ਹੈ। ਗਲੀਆਂ, ਸੜਕਾਂ, ਸਕੂਲਸ ਨੂੰ ਰੀਫਰਬਿਸ਼ ਕਰਨਾ, ਹਸਪੀਟਲ ਨੂੰ ਠੀਕ ਕਰਨਾ, ਕਾਲਜ ਲੈ ਕੇ ਆਉਣਾ, ਜਿਮਸ ਬਣਾਉਣੇ, ਮੈਰਿਜ ਪੈਲੇਸਿਸ ਖੜੇ ਕਰਨੇ ਗਰੀਬਾਂ ਵਾਸਤੇ, ਧਰਮਸ਼ਾਲਾ ਬਣਾਉਣੀਆਂ, ਵਾਟਰ ਵਰਕਸ, ਪਿੰਡ ਵਾਟਰ ਵਰਕਸ ਦਿੱਤਾ, ਸੀਵਰੇਜ ਸਿਸਟਮ ਕ੍ਰੀਏਟ ਕੀਤਾ ਹੈ। ਮੇਜਰ ਕੰਮ ਜਿਹੜਾ ਆਉਣ ਵਾਲੇ 5 ਸਾਲ 'ਚ ਕਰਨਾ ਹੈ ਉਹ ਇਹ ਹੈ ਕਿ ਇੰਪਲੋਇਮੈਂਟ ਦੇ ਸੋਰਸਿਸ ਖੜੇ ਕਰਨੇ, ਰੋਜ਼ਗਾਰ ਦੇ ਸਾਧਨ ਗਿੱਦੜਵੇ ਨੂੰ ਲੈ ਕੇ ਦੇਣੇ ਆ। ਸਭ ਤੋਂ ਪਹਿਲਾ ਕੰਮ ਆ ਹੈ ਜਿਹੜਾ ਕਰਾਂਗੇ। ਵੇਖੋ, ਇਹ ਕੰਮ ਕਦੀ ਮੁੱਕਦੇ ਨਹੀਂ, ਪਰ ਪਹਿਲਾ ਕੰਮ ਜਿਹੜਾ ਕਰਨਾ ਹੈ ਉਹ ਰੋਜ਼ਗਾਰ ਦੇ ਸਾਧਨ ਕ੍ਰੀਏਟ ਕਰਨੇ ਆ ਆਪਦੇ ਹਲਕੇ ਵਾਸਤੇ, ਉਹ ਆਪਦੇ ਹਲਕੇ ਵਾਸਤੇ। ਠੀਕ ਹੈ, ਹਲਕੇ ਵਾਸਤੇ ਉਹਦੇ ਵਿੱਚ ਹੋ ਕੀ ਸਕਦਾ? ਮਤਲਬ ਰੋਜ਼ਗਾਰ ਨੂੰ ਲੈ ਕੇ ਕੋਈ ਚੀਜ਼ ਸੋਚੀ ਹੋਣੀ ਵੀ ਆਹ ਚੀਜ਼ਾਂ ਅਸੀਂ ਕੋਈ ਮਸ਼ੀਨਰੀ ਆ ਲਾਵਾਂਗੇ, ਆਹ ਚੀਜ਼ਾਂ ਹੋਣਗੀਆਂ? ਇੰਡਸਟਰੀ ਲੈ ਕੇ ਆਵਾਂਗੇ, ਕੋਈ ਇਸ ਤਰ੍ਹਾਂ ਦੀ ਇੰਡਸਟਰੀ ਲਿਆਵਾਂਗੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਇਕੱਠਿਆਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਤੇ ਹਲਕੇ ਦਾ ਉਸ ਚੀਜ਼ ਦੇ ਵਿੱਚ ਵਿਕਾਸ ਵੀ ਹੋਵੇ। ਇਸ ਚੀਜ਼ ਦਾ ਪਲਾਨ ਬਣਾਇਆ ਜਾਊਗਾ, ਪਰ ਜਿਹੜੀ ਦਿਮਾਗ 'ਚ ਗੱਲ ਹੈ, ਜਿਹੜਾ ਪਹਿਲਾ ਆਨਸਰ ਆਉਂਦਾ ਉਹ ਇਹ ਹੈ, ਪਰ ਇਹਨੂੰ ਇਲੈਬੋਰੇਟ ਤਰੀਕੇ ਦੇ ਨਾਲ ਕੀਤਾ ਜਾਊਗਾ। ਐਲਾਨ ਨਾ ਹੀ ਕਰੀਏ ਤਾਂ ਚੰਗਾ ਹੈ, ਸੱਚੇ ਪਾਤਸ਼ਾਹ ਮੌਕਾ ਲਿਆਵੇ, ਕਰਕੇ ਵਿਖਾਵਾਂਗੇ। ਕਈ ਲੋਕ ਕੰਮ ਕਰਦੇ ਹੈ, ਕਈ ਲੋਕ ਸਿਰਫ ਗੱਲਾਂ ਕਰਦੇ ਹੈ। ਰਾਜਾ ਵੜਿੰਗ ਜੀ ਨੇ ਇੰਨੇ ਵਾਅਦੇ ਨਹੀਂ ਸੀ ਕੀਤੇ ਜਿੰਨੇ ਕੰਮ ਕਰਦੇ। ਹੁਣ ਵੀ ਕੰਮ ਕਰਕੇ ਵਿਖਾਵਾਂਗੇ, ਆਉਣ ਦਿਓ ਸਮਾਂ। ਮੈਨੂੰ ਇਹ ਦੱਸੋ ਕਿ ਜਿਹੜਾ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਤੁਸੀਂ, ਸਵੇਰ ਤੋਂ ਹੀ ਫੀਲਡ ਦੇ ਵਿੱਚ ਸੀਗੇ, ਅੱਜ ਕਿੰਨੇ ਪਿੰਡਾਂ ਜਾ ਕੇ ਆਏ ਹੋ? 7 ਪਿੰਡ। ਤੇ ਇਹ ਫਿਰ ਪਲਾਨ ਵਰਕਰ ਬਣਾਉਂਦੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਨਾਲ ਸ਼ਾਮ ਨੂੰ ਗੱਲਬਾਤ ਹੋ ਜਾਂਦੀ ਹੈ, ਫਿਰ ਉਸ ਹਿਸਾਬ ਦੇ ਨਾਲ ਰੂਟ ਮੈਪ ਤੈਅ ਹੋ ਜਾਂਦਾ? ਵੇਖੋ, ਰਾਜਾ ਜੀ ਨਾਲ ਗੱਲ ਤਾਂ ਹੋਏ ਨੂੰ ਅੱਜ 3-4 ਦਿਨ ਹੋ ਗਏ, ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਉਹ ਆਪਦਾ ਬਹੁਤ ਬਿਜ਼ੀ ਹੈ, ਮੈਂ ਆਪਦਾ ਬਹੁਤ ਬਿਜ਼ੀ ਹਾਂ। ਰਾਜਾ ਡੈਫੀਨੇਟਲੀ ਡਾਇਰੈਕਟ ਕਰਦੇ ਹੈ, ਪਰ ਟੀਮਸ ਹੈਗੀਆਂ ਜਿਹੜੀਆਂ ਬਣਾ ਦਿੰਦੀਆਂ। ਨਾਰਾਜ਼ਗੀ ਤਾਂ ਨਹੀਂ ਚੱਲ ਰਹੀ ਰਾਜਾ ਜੀ ਹੁਣਾਂ ਦੀ? 3 ਦਿਨ ਗੱਲ ਨਹੀਂ ਹੋਈ? ਕਦੀ ਵੀ ਨਹੀਂ। ਕਈ ਵਾਰ ਵੀਰ ਕਿੰਨੇ ਦਿਨ ਗੱਲ ਨਹੀਂ ਹੁੰਦੀ, ਪਰ ਦੇਖੋ, ਆਪਦੀ ਪਰਸਨਲ ਲਾਈਫ ਨੂੰ ਅੱਗੇ ਨਹੀਂ ਰੱਖਿਆ ਜਾਂਦਾ। ਜ਼ਿੰਮੇਵਾਰੀਆਂ ਪਹਿਲ ਰੱਖਦੀਆਂ ਹਮੇਸ਼ਾ ਹੀ। ਮੈਂ ਹਮੇਸ਼ਾ ਜ਼ਿੰਮੇਵਾਰੀਆਂ ਨੂੰ ਪਹਿਲ ਦਿੱਤੀ ਹੈ, ਕੋਈ ਨਾਰਾਜ਼ਗੀ ਨਹੀਂ। ਐਸਾ ਇਨਸਾਨ ਤਾਂ ਹੋ ਹੀ ਨਹੀਂ ਸਕਦਾ। ਰਾਜੇ ਵੜਿੰਗ ਵਰਗਾ ਬੰਨਾ ਬੜਾ ਮੁਸ਼ਕਿਲ ਹੈ, ਜਿਹਨੇ ਆਪਦੇ ਆਪੇ ਨੂੰ ਪਿੱਛੇ ਰੱਖ ਕੇ ਲੋਕ ਸੇਵਾ ਨੂੰ ਪਹਿਲ ਦਿੱਤੀ ਵੀ ਹੈ। ਉਹਨਾਂ ਦਾ ਤਾਂ ਉਹ ਇੱਕ ਐਸਾ ਇਨਸਾਨ ਹੈ ਜਿਹੋ ਜਿਹਾ ਬੰਨਾ ਬਹੁਤ ਔਖਾ ਹੈ। ਟਰਾਂਸਪੋਰਟ ਮੰਤਰੀ ਬਣ ਗਏ ਰਾਜਾ ਵੜਿੰਗ, ਹੁਣ ਅਗਲੀ ਵਾਰ ਕੀ ਸੋਚਦੇ ਹੋ? ਕਿ ਕੁਝ ਸੋਚਿਆ ਹੋਣਾ ਕਿ ਆਹ ਬਣ ਜਾਣ? ਨਾ ਪਹਿਲਾਂ ਸੋਚਿਆ ਸੀ, ਨਾ ਹੁਣ ਸੋਚਿਆ। ਕਦੀ ਨਹੀਂ ਸੋਚਿਆ ਕੀ ਬਣਨਾ, ਪਰ ਜੋ ਕੰਮ ਮਿਲਿਆ ਉਹਨੂੰ ਬਖੂਬੀ ਨਿਭਾਉਣਾ ਹੈ। ਕੋਈ ਮਰਜ਼ੀ ਕੁਛ ਮਰਜ਼ੀ ਮਿਲ ਜੇ, ਕੰਮ ਕਰਨੇ ਆ। ਕਈ ਵਾਰ ਜਦੋਂ ਧੱਕੇ ਨਾਲ ਆ ਕੇ, ਹਾਲਾਂਕਿ ਮੈਂ ਕੋਈ ਉਹੋ ਜਿਹੀ ਗੱਲ ਨਹੀਂ ਕਰੂੰਗਾ, ਕੰਟਰੋਵਰਸੀ ਜਦੋਂ ਧੱਕੇ ਨਾਲ ਆ ਕੇ ਜੁੜ ਜਾਂਦੀ ਹੈ, ਜਾਂ ਫਿਰ ਕਈ ਵਾਰ ਬੱਸਾਂ ਰੋਕਦੇ ਸੀ ਰਾਤ ਨੂੰ 11 12 ਵਜੇ, ਉਦੋਂ ਵੀ ਮੈਂ ਪਹਿਲਾਂ ਹਾਲਾਂਕਿ ਸਵਾਲ ਕੀਤਾ, ਉਹ ਕਹਿੰਦੇ ਕਿ ਰਾਜਾ ਸਾਡੀਆਂ ਬੱਸਾਂ ਧੱਕੇ ਨਾਲ ਰੋਕ ਰਿਹਾ, ਕਦੇ ਔਰਬਿਟ ਵਾਲਿਆਂ ਦੀਆਂ ਰੋਕ ਲੈਂਦਾ, ਕਦੇ ਜੁਝਾਰ ਵਾਲਿਆਂ ਦੀਆਂ ਰੋਕ ਲੈਂਦਾ। ਔਰ ਕੰਟਰੋਵਰਸੀ ਧੱਕੇ ਨਾਲ ਆ ਕੇ ਪੈ ਜਾਂਦੀ ਹੈ, ਜਾਂ ਉਹਨੂੰ ਸੋਚ ਰਹੇ ਹੋ ਤੁਸੀਂ ਕਿ ਉਹ ਕੰਮ ਹੀ ਕਰ ਰਹੇ ਸੀ ਰਾਜਾ ਵੜਿੰਗ ਹੁਣੀ? ਮੇਰੇ ਵੀਰ, ਤੁਸੀਂ ਬਣਾ ਦਿੰਦੇ ਹੋ ਕੰਟਰੋਵਰਸੀ। ਮੀਡੀਆ ਵਾਲਿਆਂ ਨੂੰ ਬੇਨਤੀ ਹੈ, ਇਹਨੂੰ ਕੰਟਰੋਵਰਸੀ ਨਾ ਬਣਾਇਆ ਕਰੋ। ਥੋੜਾ ਬਹੁਤ ਤੁਸੀਂ ਵੀ ਸਾਥ ਦਿਓ ਨਾ। ਤਾਂ ਪੂਰਾ ਚਲਾਇਆ ਉਹਨਾਂ ਨੂੰ, ਜਿਹੜਾ ਵੀ ਉਹਨਾਂ ਦੇ ਪੇਜ ਤੋਂ ਚੱਕ ਕੇ ਤਾਂ ਹਰ ਚੀਜ਼ ਦਿਖਾਉਂਦੇ ਨੇ ਕਿ ਸਰਕਾਰ ਕੀ ਕਰ ਰਹੀ ਹੈ, ਵੜਿੰਗ ਹੁਣੀ ਕੀ ਕਰ ਰਹੇ। ਦੇਖੋ, ਜੇ ਔਰਬਿਟ ਵਾਲਿਆਂ ਦੀਆਂ ਬੱਸਾਂ ਦਿੱਲੀ ਜਾਂਦੀਆਂ, ਰਾਈਟ, ਸਾਡੀ PRTC ਦੀ ਬੱਸ, ਪੰਜਾਬ ਰੋਡਵੇਜ਼ ਦੀ ਬੱਸ ਦਿੱਲੀ ਨਹੀਂ ਵੜ ਸਕਦੀ, ਔਰਬਿਟ ਵਾਲਿਆਂ ਦੀ ਵੜਦੀ ਹੈ। ਆਮ ਆਦਮੀ ਪਾਰਟੀ ਵਾਲੇ ਸ਼ਰੇਆਮ ਬਾਦਲਾਂ ਨਾਲ ਰਲੇ ਵੇ ਸੀ। ਬੜੀ ਵਾਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਬੇਨਤੀ ਕੀਤੀ ਕਿ ਤੁਸੀਂ ਸਾਡੀਆਂ ਬੱਸਾਂ ਜਾਣ ਦਿਓ, ਜੋ ਸਾਡਾ ਰੈਵਨਿਊ ਹੈ
ਪੰਜਾਬ ਟਰਾਂਸਪੋਰਟ ਦਾ ਉਹ ਪੰਜਾਬ ਨੂੰ ਮਿਲੇ, ਸਾਡੀ ਸਰਕਾਰ ਨੂੰ ਮਿਲੇ। ਤੁਸੀਂ ਕਿਉਂ ਬਾਦਲਾਂ ਦੇ ਹਿੱਸੇ 'ਚ ਵੜ ਰਹੇ ਹੋ? ਬੜੀ ਵਾਰੀ ਕਹਿਣ ਦੀ ਕੋਸ਼ਿਸ਼ ਕੀਤੀ। ਤੇ ਓਬਵੀਅਸਲੀ ਜਿਨ੍ਹਾਂ ਦੀਆਂ ਨਜਾਇਜ਼ ਬੱਸਸ ਚੱਲ ਰਹੀਆਂ, ਜਿਨ੍ਹਾਂ ਨੇ ਮਾਫੀਆ ਦਾ ਜਾਲ ਇਸ ਕਦਰ ਵਿਛਾਇਆ ਹੋਇਆ ਹੈ ਕਿ ਸਾਡਾ ਪੰਜਾਬ ਦਾ ਸਾਰਾ ਰੈਵਨਿਊ ਉਹਨਾਂ ਦੇ ਖਾਤਿਆਂ 'ਚ ਜਾ ਰਿਹਾ ਹੈ, ਤੇ ਟਰਾਂਸਪੋਰਟ ਮੰਤਰੀ ਹੋਣ ਦੇ ਤੌਰ ਤੇ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਭਾਵੇਂ ਬੱਸਾਂ ਰੋਕਣ ਦੀ ਬਣਦੀ ਸੀ, ਭਾਵੇਂ ਟੈਕਸ ਭਰਾਉਣ ਦੀ ਬਣਦੀ ਸੀ, ਉਹ ਪੰਜਾਬ ਦੇ ਲੋਕਾਂ ਲਈ ਜੋ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਕੀਤਾ। ਟਰਾਂਸਪੋਰਟ ਮਹਿਕਮਾ ਮਿਲਣ ਤੋਂ ਬਾਅਦ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਮਿਲੀਆਂ ਜਾਂ ਪਹਿਲਾਂ ਵੀ ਡਿਸਕਸ ਹੁੰਦਾ ਰਹਿੰਦਾ ਸੀ ਵੀ ਆਹ ਕੰਮ ਹੋ ਜਾਣੇ ਚਾਹੀਦੇ ਆ? ਦੇਖੋ, ਪੰਜਾਬ ਦੇ ਲੋਕ ਹਿੱਤ ਵਿੱਚ ਜੋ ਕੁਝ ਵੀ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਉਹਦੀ ਜਾਣਕਾਰੀ ਰੱਖਣਾ ਮੈਨੂੰ ਲੱਗਦਾ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ। ਜਿੰਨਾ ਕੁ ਫਰਜ਼ ਬਣਦਾ ਸੀ ਉਹ ਪਹਿਲਾਂ ਵੀ ਸੀਗੀ, ਕੁਝ ਟਰਾਂਸਪੋਰਟ ਮਿਨਿਸਟਰ ਹੋਣ ਤੋਂ ਬਾਅਦ ਜ਼ਿਆਦਾ ਥੋੜੀ ਜਿਹੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਜੀ। ਠੀਕ ਹੈ, ਕਦੋਂ ਤੱਕ ਆ ਰਹੇ ਨੇ ਅਮਰਿੰਦਰ ਰਾਜਾ ਵੜਿੰਗ ਹੋਣੀ ਫੀਲਡ ਦੇ ਵਿੱਚ? ਫੀਲਡ ਦੇ ਵਿੱਚ ਹੀ ਹੈ, ਉਹ ਫੀਲਡ ਦੇ ਵਿੱਚ ਹੀ ਹੈ। ਆਈਸੋਲੇਟ ਨਹੀਂ ਹੋਏ? ਉਹ ਥੋੜੀ ਦੇਰ ਲਈ ਆਈਸੋਲੇਟ ਹੋਏ ਸੀ, ਬਟ ਮੀਟਿੰਗਸ ਜਿਵੇਂ ਡਿਸਟੈਂਸ ਮੇਨਟੇਨ ਕਰਕੇ ਕਰ ਰਹੇ ਆ, ਕੋਈ ਐਡੀ ਖਾਸ ਗੱਲ ਨਹੀਂ। ਠੀਕ ਹੈ, ਇੱਕ ਦੋ ਛੋਟੇ ਛੋਟੇ ਮੇਰੇ ਹੋਰ ਸਵਾਲ ਨੇ ਕਿ ਥੋੜਾ ਪਰਸਨਲੀ ਉਹ ਸਵਾਲ ਨੇ, ਕੀ ਦੇਖਣਾ ਚਾਹੁੰਦੇ ਹੋ ਰਾਜਾ ਵੜਿੰਗ ਹੋਣਾ ਨੂੰ ਫਿਊਚਰ ਦੇ ਵਿੱਚ? ਕਦੇ ਸੋਚਿਆ ਕਿ ਵੜਿੰਗ ਹੋਣੀ ਸੀਐਮ ਬਣ ਜਾਣ? ਤਾਂ ਜਿਹੜੇ ਸੁਪਨੇ ਪੰਜਾਬ ਦੇ ਲੋਕਾਂ ਨੇ ਲਏ ਵੇ ਹੈ ਉਹ ਪੂਰੇ ਕਰਕੇ ਵਿਖਾ ਦਿਆਂਗੇ। ਜਿਵੇਂ 3 ਮਹੀਨਿਆਂ 'ਚ ਟਰਾਂਸਪੋਰਟ ਮੰਤਰੀ ਬਣ ਕੇ ਪੰਜਾਬ ਟਰਾਂਸਪੋਰਟ ਦਾ ਨਕਸ਼ਾ ਬਦਲਤਾ ਨਾ, ਠੀਕ ਉਸੇ ਤਰ੍ਹਾਂ ਵਾਲੀਆਂ ਗੱਲਾਂ ਨਹੀਂ ਕਰੂੰਗੀ, ਇੱਕੋ ਗੱਲ ਕਹੂੰਗੀ, ਸੁਪਨਿਆਂ ਦਾ ਪੰਜਾਬ, ਜੋ ਇੱਕ ਆਮ ਪੰਜਾਬੀ ਦੇ ਸੁਪਨਿਆਂ ਦਾ ਪੰਜਾਬ ਹੈ, ਉਹਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਛੱਡਾਂਗੇ। ਅੱਜ ਪੂਰਾ ਦਿਨ ਫੀਡਬੈਕ ਲਿਆ ਤੁਸੀਂ, ਔਰ ਕਿਹੜੇ ਕਿਹੜੇ ਕੰਮ ਉਹਨਾਂ ਲੋਕਾਂ ਨੇ ਗਿਣਾਏ ਵੀ ਆ ਇੰਨੇ ਕੁ ਕੰਮ ਸਾਡੇ ਰਹਿ ਗਏ? ਅਖੀਰਲਾ ਇੱਕ ਹੋਰ ਛੋਟਾ ਜਿਹਾ ਸਵਾਲ ਹੋਏਗਾ ਮੈਂ, ਹਾਂਜੀ, ਕਿਹੜੇ ਕਿਹੜੇ ਅਖੀਰ ਮਤਲਬ ਕੰਮ ਲੋਕਾਂ ਨੇ ਗਿਣਾਏ ਤੁਹਾਨੂੰ ਕਿ ਆਹ ਕੰਮ ਤੁਸੀਂ ਰਹਿ ਗਏ? ਕਿਉਂਕਿ ਅਖੀਰਲੇ ਦਿਨਾਂ ਦੇ ਵਿੱਚ ਲੋਕ ਕੰਮ ਵੀ ਯਾਦ ਕਰਾਉਂਦੇ, ਜਿੱਦਾਂ ਇੱਕ ਛੋਟੀ ਜੀ ਗੱਲ ਲੈ ਕੇ ਆ ਗਈ ਸੀ ਕਿ ਸਾਨੂੰ ਤਾਂ ਕ੍ਰਿਕਟ ਦੀ ਕਿੱਟ ਨਹੀਂ ਮਿਲੀ। ਇਸ ਤਰ੍ਹਾਂ ਦੇ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਸੋਚਦੇ ਹੋ ਕਿ ਹਾਂ ਇਹ ਤਾਂ ਕੰਮ ਪ੍ਰਾਇੋਰਟੀ ਤੇ ਹੋ ਜਾਣੇ ਚਾਹੀਦੇ ਸੀ, ਹੋਏ ਕਿਉਂ ਨਹੀਂ? ਨਹੀਂ, ਪ੍ਰਾਇੋਰਟੀ ਵਾਲੇ ਕੰਮ ਸਾਰੇ ਹੀ ਕੀਤੇ ਹੈ, ਪਰ ਕਿਤੇ ਨਾ ਕਿਤੇ ਜਿਵੇਂ ਪਿੰਡ ਦੀਆਂ 30 ਗਲੀਆਂ ਬਣ ਗਈਆਂ, ਇੱਕ ਰਹਿ ਗਈ, ਕੋਈ 4 ਛੋਟੀਆਂ 100 ਫੁੱਟ ਦੀਆਂ 4 ਗਲੀਆਂ ਰਹਿ ਗਈਆਂ, ਕਿਤੇ ਬੱਚਿਆਂ ਨੂੰ ਕ੍ਰਿਕਟ ਕਿਟਸ ਨਹੀਂ ਮਿਲੀਆਂ। ਇਸ ਤਰ੍ਹਾਂ ਦੇ ਛੋਟੇ ਛੋਟੇ ਕੰਮ ਰਹਿੰਦੇ ਹੈ, ਤੇ ਕੋਈ ਗੱਲ ਨਹੀਂ, ਜੇ ਰਹਿੰਦੇ ਆ ਤਾਂ ਪੂਰੇ ਕਰ ਦਿਆਂਗੇ, ਕੋਈ ਗੱਲ ਹੀ ਨਹੀਂ, ਕਰਦੇ ਰਵਾਂਗੇ, ਸਦਾ ਹੀ ਕਰਦੇ ਰਵਾਂਗੇ। ਸੱਚੇ ਪਾਤਸ਼ਾਹ ਨੇ ਜ਼ਿੰਦਗੀ ਬਖਸ਼ੀ ਤਾਂ ਲੋਕਾਂ ਦੇ ਲਈ ਸਦਾ ਕਰਦੇ ਰਵਾਂਗੇ। ਅੰਮ੍ਰਿਤਾ ਵੜਿੰਗ ਹੋਣੀ ਕਦੇ ਆਉਣਗੇ ਸਿਆਸਤ ਦੇ ਵਿੱਚ ਐਕਟਿਵ ਪੋਲੀਟੀਸ਼ੀਅਨ ਦੇ ਤੌਰ ਤੇ? ਜਿੱਦਾਂ ਹੁਣ ਤਾਂ ਰਾਜਾ ਵੜਿੰਗ ਹੋਣਾ ਦੀ ਪਤਨੀ ਦੇ ਤੌਰ ਤੇ ਜਾਣੇ ਜਾਂਦੇ ਹੋ ਤੁਸੀਂ, ਅੰਮ੍ਰਿਤਾ ਵੜਿੰਗ ਹੋਣੀ ਐਮਐਲਏ, ਅੰਮ੍ਰਿਤਾ ਵੜਿੰਗ ਐਮਪੀ, ਜਾਂ ਇਸ ਤਰ੍ਹਾਂ ਦਾ ਕੁਝ ਵੀ? ਵੀਰ, ਮੈਂ ਕਦੀ ਨਹੀਂ ਮੰਗੀ ਟਿਕਟ, ਨਾ ਮੈਂ ਕਦੀ ਇਸ ਚੀਜ਼ ਬਾਰੇ ਸੋਚਿਆ, ਤੇ ਇਹ ਪਾਰਟੀ ਤੇ ਡਿਪੈਂਡ ਕਰਦਾ ਹੈ। ਜੇ ਪਾਰਟੀ ਕਦੀ ਡਿਸਾਈਡ ਕਰੂਗੀ, ਫਿਲਹਾਲ ਸਿਰਫ ਰਾਜਾ ਜੀ ਦੀਆਂ ਇਲੈਕਸ਼ਨਸ ਤੇ ਫੋਕਸ ਹੈ ਮੇਰਾ। ਜੇ ਪਾਰਟੀ ਨੇ ਕਦੀ ਮੌਕਾ ਦਿੱਤਾ ਤੇ ਇਹ ਉਦੋਂ ਸੋਚਾਂਗੇ, ਹਜੇ ਨਹੀਂ। ਨਾ ਮੈਂ ਮੰਗਣੀ ਹੈ ਟਿਕਟ, ਨਾ ਮੈਨੂੰ ਹਜੇ ਲੋੜ ਹੈ, ਬਿਕਾਜ਼ ਆਈ ਐਮ 100% ਫੋਕਸਡ ਔਨ ਰਾਜਾਜ਼ ਇਲੈਕਸ਼ਨ। ਠੀਕ ਹੈ, ਅਖੀਰਲਾ ਸਵਾਲ ਮੇਰਾ, ਮੁਕਾਬਲਾ ਕਿਹਦੇ ਨਾਲ ਹੈ ਤੁਹਾਡਾ? ਅਕਾਲੀ ਦਲ ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਨਾਲ ਹੈ, ਜਾਂ ਕਿਸਾਨਾਂ ਦੀ ਵੀ ਪਾਰਟੀ ਦੇ ਕੈਂਡੀਡੇਟ ਹੋਣਗੇ ਮੈਦਾਨ ਦੇ ਵਿੱਚ? ਕਿਹਦੇ ਨਾਲ ਮੁਕਾਬਲਾ ਦੇਖਦੇ ਹੋ, ਜਾਂ ਬੀਜੇਪੀ ਦੇ ਨਾਲ? ਜਿਹੜੀ ਪਾਰਟੀ ਨੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਰੋਲਤਾ, ਉਹਦਾ ਮੁਕਾਬਲਾ ਤਾਂ ਕਾਂਗਰਸ ਨਾਲ ਹੈ ਹੀ ਨਹੀਂ। ਜਿਨ੍ਹਾਂ ਨੇ ਮਹਾਰਾਜ ਸਾਹਿਬ ਨਹੀਂ ਬਖਸ਼ੇ, ਉਹਨਾਂ ਨੂੰ ਮੈਂ ਮੁਕਾਬਲੇ 'ਚ ਨਾ ਕਦੀ ਮੰਨਿਆ ਤੇ ਨਾ ਅੱਜ ਮੰਨਦੀ ਹਾਂ। ਰਹਿ ਗਿਆ ਆਮ ਆਦਮੀ ਪਾਰਟੀ ਦਾ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀ ਹਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਹੈ, ਜਿਹੜੇ ਆਪਦੇ ਆਪ ਨੂੰ ਬਹੁਤ ਹੀ ਮਤਲਬ ਬਹੁਤ ਅੱਛਾ ਇੱਕ ਚਿਹਰਾ ਦੱਸਦੇ ਹੈ, ਆਪਦੇ ਆਪ ਨੂੰ ਪੇਸ਼ ਕਰਦੇ ਆ ਕਿ ਮੇਰੇ ਵਰਗਾ ਤਾਂ ਇਮਾਨਦਾਰ ਕੋਈ ਹੈ ਹੀ ਨਹੀਂ, ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਅੱਗੇ 4 ਵਾਰੀ ਮਿੰਨਤਾਂ ਕਰਨ ਦੇ ਬਾਵਜੂਦ ਤੁਸੀਂ ਔਰਬਿਟ ਵਾਲਿਆਂ ਦੀਆਂ ਬੱਸਾਂ ਰੁਕਣ ਨਹੀਂ ਦਿੱਤੀਆਂ ਦਿੱਲੀ 'ਚ ਵੜਨ ਤੋਂ। ਠੀਕ ਹੈ, ਇੱਕ ਨਵਾਂ ਸਕੂਲ ਇਹਨਾਂ ਨੇ ਦਿੱਲੀ 'ਚ ਨਹੀਂ ਕ੍ਰੀਏਟ ਕੀਤਾ, ਇੱਕ ਸਕੂਲ ਦਾ ਨਾਮ ਲੈ ਦਿਓ, ਇੱਕ ਸੜਕ ਨਵੀਂ ਨਹੀਂ ਬਣਾਈ। ਜਿਹੜਾ ਇਹਨਾਂ ਦਾ ਇੰਚਾਰਜ ਹੈ, ਪੰਜਾਬੀ ਉਹਨੂੰ ਬੋਲਣੀ ਨਹੀਂ ਆਉਂਦੀ, ਰਾਈਟ? ਇਹਨਾਂ ਕੋਲੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਵਾਸਤੇ ਪੰਜਾਬ ਦਾ ਇੱਕ ਇਨਸਾਨ ਨਹੀਂ ਇਹਨਾਂ ਕੋਲੇ, ਰਾਈਟ? ਕਿਹੜੀ ਪਾਰਟੀ ਨਾਲ? ਮੈਨੂੰ ਤਾਂ ਕਿਸੇ ਪਾਰਟੀ ਨਾਲ ਮੁਕਾਬਲਾ ਨਜ਼ਰ ਨਹੀਂ ਆ ਰਿਹਾ। ਤੁਸੀਂ ਦੱਸੋ ਕਿਸੇ ਨਾਲ ਹੈ ਤਾਂ? ਮੈਨੂੰ ਤਾਂ ਕਿਸੇ ਨਾਲ ਨਜ਼ਰ ਨਹੀਂ ਆ ਰਿਹਾ। ਠੀਕ ਹੈ, ਪਹੁੰਚ ਜਾਓਗੇ ਇਸ ਵਾਰ ਵੀ ਵਿਧਾਨ ਸਭਾ? ਸੱਚੇ ਪਾਤਸ਼ਾਹ ਨੇ ਚਾਹਿਆ, ਕਿਉਂ ਨਹੀਂ ਪਹੁੰਚਾਂਗੇ? ਕਮਾਲ ਹੈ, ਕੋਈ ਪੁੱਛਣ ਵਾਲਾ ਸਵਾਲ ਹੈ? ਕੰਮਾਂ ਦੇ ਸਿਰ ਤੇ ਪਹੁੰਚਣਾ, ਲੋਕਾਂ ਦੇ ਸਾਥ ਨਾਲ ਪਹੁੰਚਣਾ। ਤੁਸੀਂ ਅੱਜ ਸਾਰਾ ਦਿਨ ਮੇਰੇ ਨਾਲ ਸੀ, ਤੁਸੀਂ ਦੇਖਿਆ ਲੋਕਾਂ ਦਾ ਰਿਸਪੌਂਸ। ਸੱਚੇ ਪਾਤਸ਼ਾਹ ਨੇ ਚਾਹਿਆ 100% ਪਹੁੰਚਾਂਗੇ ਵੀਰ। ਥੈਂਕ ਯੂ। ਅੰਮ੍ਰਿਤਾ ਵੜਿੰਗ ਹੁਣੀ ਸਾਡੇ ਨਾਲ ਸਨ, ਲਗਾਤਾਰ ਰਾਜਾ ਵੜਿੰਗ ਦੇ ਲਈ ਪ੍ਰਚਾਰ ਕਰ ਰਹੇ ਨੇ। ਔਰ ਜਦੋਂ ਰਾਜਾ ਵੜਿੰਗ ਹੁਣੀ ਐਮਐਲਏ ਸੀ, ਟਰਾਂਸਪੋਰਟ ਮੰਤਰੀ ਬਣੇ, ਔਰ ਉਦੋਂ ਵੀ ਇਹਨਾਂ ਦਾ ਹਲਕਾ ਸਾਂਭਦੇ ਰਹੇ ਲੋਕ, ਇਹਨਾਂ ਦੇ ਕੋਲ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਸੀ। ਔਰ ਹੁਣ ਵੀ ਲਗਾਤਾਰ ਅੰਮ੍ਰਿਤਾ ਵੜਿੰਗ ਹੁਣੀ ਫੀਲਡ ਦੇ ਵਿੱਚ ਨੇ, ਕਹਿੰਦੇ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ, ਔਰ ਇਸ ਵਾਰ ਵੀ ਜਿੱਤ ਕੇ ਵਿਧਾਨ ਸਭਾ ਪਹੁੰਚਾਂਗੇ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਗਿੱਦੜਬਾਹਾ।